पंजाब के मुख्य मंत्री भगवंत मान की घर वाली धूरी विखे तिरंगा यात्रा कढ़न लई पहुंची सी। अमित शाह ते उन्हां दी धर्म पत्नी ने अज दिल्ली विखे अपने सरकारी रहायश दे उत्ते राष्ट्रीय झंडा चढ़ाया और भारतीय जनता पार्टी वालियां तो लोग एक गल मंग पुछदे ने कि तुहाडे जिहड़ा हैडकुआटर है RSS दा उत्थे राष्ट्रीय झंडा पहली बार कदों चलाया सी जी इन्हां ने तो कई साल उत्थे चलाया ही नहीं सी ते अज ये सब तो वध जिहड़ी राष्ट्र दी भावना लोकां नूं कौमीयत दी भावना सिखा रहे ने कि सब तो वड्डा राष्ट्रवादी होर कोई है नहीं। गल कीती है बंदी ਸਿੰਘਾਂ ਦੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਉੱਠ ਰਹੀ ਹੈ ਤੇ ਉਸ ਦੇ ਚੱਲਦੇ ਅੱਜ SGPC ਵੱਲੋਂ ਐਲਾਨ ਕਿਹਾ ਗਿਆ ਸੀਗਾ ਕਿ ਸਾਰੇ DC ਦਫ਼ਤਰਾਂ ਅੱਗੇ ਜਿਹੜੇ ਕਾਲੀਆਂ ਪੱਗਾਂ ਬੰਨ੍ਹ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ। ਉਹਨਾਂ ਨੇ 10 ਤਰੀਕ ਦੀ ਮੀਟਿੰਗ ਦੇ ਵਿੱਚ ਕਿਹਾ ਸੀ, ਮਸਲਾ ਤਾਂ ਗਿਆ ਸੀ ਉੱਥੇ ਕਿ ਇਹਦੇ ਰਾਸ਼ਟਰੀ ਝੰਡੇ ਦੇ ਮੁਕਾਬਲੇ ਕੇਸਰੀ ਨਿਸ਼ਾਨ ਝਲਾਉਣਾ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ 15 ਅਗਸਤ ਦੀ ਤਾਂ 15 ਅਗਸਤ ਸੰਬੰਧੀ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਤਿਰੰਗਾ ਯਾਤਰਾ ਜਿਹੜੀ ਆ ਉਹ ਲਗਾਤਾਰ ਸੂਬੇ ਭਰ ਦੇ ਵਿੱਚ ਕੱਢੀ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਘਰ ਵਾਲੀ ਧੂਰੀ ਵਿਖੇ ਤਿਰੰਗਾ ਯਾਤਰਾ ਕੱਢਣ ਲਈ ਪਹੁੰਚੀ ਸੀ। ਦੇਖੋ, ਸਾਰੀਆਂ ਪਾਰਟੀਆਂ ਨੂੰ ਪ੍ਰਧਾਨ ਮੰਤਰੀ ਸਾਹਿਬ ਦਾ ਸੁਨੇਹਾ ਹੈ ਕਿ ਆਪਾਂ ਆਜ਼ਾਦੀ ਦਿਵਸ ਤੇ 13 ਤੋਂ 15 ਤੱਕ ਤਿਰੰਗਾ ਯਾਤਰਾ ਕੱਢੀ ਜਾਵੇ। ਸੋ ਸਾਰਿਆਂ ਨੇ ਇਹ ਤਿਰੰਗਾ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ, ਚੰਗੀ ਗੱਲ ਹੈ। ਇਸ ਸੰਬੰਧ ਦੇ ਵਿੱਚ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ਹਲਕੇ ਦੇ ਵਿੱਚ ਜਾ ਕੇ ਇਹ ਤਿਰੰਗਾ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ, ਚੰਗੀ ਗੱਲ ਆ। ਉਧਰੋਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਦੀ ਧਰਮ ਪਤਨੀ ਨੇ ਅੱਜ ਦਿੱਲੀ ਵਿਖੇ ਆਪਣੇ ਸਰਕਾਰੀ ਰਹਾਇਸ਼ ਦੇ ਉੱਤੇ ਰਾਸ਼ਟਰੀ ਝੰਡਾ ਚੜਾਇਆ। ਇਹਦੇ ਨਾਲ ਸਾਰਿਆਂ ਦੇ ਮਨਾਂ ਵਿੱਚ ਪੂਰਾ ਸਤਿਕਾਰ ਮਾਣ ਗਿਆ ਹੈ। ਪਰ ਭਾਰਤੀ ਜਨਤਾ ਪਾਰਟੀ ਵਾਲਿਆਂ ਤੋਂ ਲੋਕ ਇੱਕ ਗੱਲ ਮੰਗ ਪੁੱਛਦੇ ਨੇ ਕਿ ਤੁਹਾਡੇ ਜਿਹੜਾ ਹੈੱਡਕੁਆਟਰ ਹੈ RSS ਦਾ ਉੱਥੇ ਰਾਸ਼ਟਰੀ ਝੰਡਾ ਪਹਿਲੀ ਵਾਰ ਕਦੋਂ ਚਲਾਇਆ ਸੀ ਜੀ ਇਹਨਾਂ ਨੇ ਤਾਂ ਕਈ ਸਾਲ ਉੱਥੇ ਚਲਾਇਆ ਹੀ ਨਹੀਂ ਸੀ ਤੇ ਅੱਜ ਇਹ ਸਭ ਤੋਂ ਵੱਧ ਜਿਹੜੀ ਰਾਸ਼ਟਰ ਦੀ ਭਾਵਨਾ ਲੋਕਾਂ ਨੂੰ ਕੌਮੀਅਤ ਦੀ ਭਾਵਨਾ ਸਿਖਾ ਰਹੇ ਨੇ ਕਿ ਸਭ ਤੋਂ ਵੱਡਾ ਰਾਸ਼ਟਰਵਾਦੀ ਹੋਰ ਕੋਈ ਹੈ ਨਹੀਂ ਜੀ। ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਤਾਂ ਅੱਜ ਰਾਜਪਾਲ ਵੱਲੋਂ ਉਸ ਬਿੱਲ ਨੂੰ ਜਿਹੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਜੀ। ਇਹ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਦੇ ਮਾਮਲੇ 'ਚ ਸਰਕਾਰ ਨੇ ਜਦੋਂ ਸਹੁੰ ਚੁੱਕੀ ਸੀ ਉਦੋਂ ਹੀ ਕਹਿ ਦਿੱਤਾ ਸੀ ਕਿ ਅਸੀਂ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਮਾਮਲਾ ਲੋਕਾਂ ਦੇ ਵਿੱਚ ਲੈ ਕੇ ਚੱਲੇ ਹਾਂ, ਇਹਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਾਂਗੇ। ਤਕਰੀਬਨ ਸਾਰੀਆਂ ਪਾਰਟੀਆਂ ਇਹਦੇ 'ਤੇ ਸਹਿਮਤ ਹੋ ਗਈਆਂ ਸੀ। ਫਿਰ ਇਹ ਰਾਸ਼ਟਰਪਤੀ ਸਾਹਿਬ ਕੋਲੇ ਰਾਜਪਾਲ ਸਾਹਿਬ ਕੋਲੇ ਭੇਜਤਾ। ਪੰਜਾਬ ਦੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ ਸਾਹਿਬ ਜਦੋਂ ਇਹ ਉਹਨਾਂ ਦੇ ਕੋਲ ਗਿਆ, ਉਸ ਤੋਂ ਬਾਅਦ ਉਹਨਾਂ ਨੇ ਇਹਦੇ 'ਤੇ ਸਹੀ ਪਾਤੀ ਆਪਣੀ। ਉਹਨਾਂ ਦੀ ਸਹੀ ਪੈਣ ਤੋਂ ਬਾਅਦ ਫਿਰ ਵੱਡੀ ਪੱਧਰ ਦੇ ਉੱਤੇ ਇਹ ਹੁਣ ਮਨਜ਼ੂਰ ਹੋ ਗਿਆ ਤੇ ਹੁਣ ਸਰਕਾਰ ਇਸ ਸੰਬੰਧ ਦੇ ਵਿੱਚ ਅੱਧ ਸੂਚਨਾ, ਜਿਹਨੂੰ ਅੰਗਰੇਜ਼ੀ 'ਚ ਨੋਟੀਫਿਕੇਸ਼ਨ ਕਹਿੰਦੇ ਨੇ, ਉਹ ਜਾਰੀ ਹੋ ਜਾਵੇਗਾ ਤੇ ਅਗਲੇ ਸਮੇਂ ਤੋਂ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਮਾਮਲਾ ਜਿਹੜਾ ਹੈਗਾ ਉਹ ਲਾਗੂ ਹੋ ਜਾਵੇਗਾ। ਇਸ ਸੰਬੰਧ 'ਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਦੇ ਨਾਲ ਸਰਕਾਰੀ ਖਜ਼ਾਨੇ ਤੇ ਲੋਕਾਂ ਦੇ ਟੈਕਸ ਦਾ ਜਿਹੜਾ ਪੈਸਾ ਇਕੱਠਾ ਹੁੰਦਾ ਉਹਦੇ ਤੇ ਬੋਝ ਥੋੜ੍ਹਾ ਜਿਹਾ ਘਟੇਗਾ, ਸੀਮਤ ਹੋਵੇਗਾ। ਜੀ ਜੀ। ਇਸ ਦੇ ਨਾਲ ਇੱਕ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਉੱਠ ਰਹੀ ਹੈ ਤੇ ਉਸ ਦੇ ਚੱਲਦੇ ਅੱਜ SGPC ਵੱਲੋਂ ਐਲਾਨ ਕਿਹਾ ਗਿਆ ਸੀਗਾ ਕਿ ਸਾਰੇ DC ਦਫ਼ਤਰਾਂ ਅੱਗੇ ਜਿਹੜੇ ਕਾਲੀਆਂ ਪੱਗਾਂ ਬੰਨ੍ਹ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ
ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ 10 ਤਰੀਕ ਦੀ ਮੀਟਿੰਗ ਦੇ ਵਿੱਚ ਕਿਹਾ ਸੀ, ਮਸਲਾ ਤਾਂ ਗਿਆ ਸੀ ਉੱਥੇ ਕਿ ਇਹਦੇ ਰਾਸ਼ਟਰੀ ਝੰਡੇ ਦੇ ਮੁਕਾਬਲੇ ਕੇਸਰੀ ਨਿਸ਼ਾਨ ਝਲਾਉਣਾ ਹੈ। ਉਹਨਾਂ ਨੇ ਉਲਟ ਇਹ ਕਹਿਤਾ ਕਿ ਅਸੀਂ ਤਾਂ ਜੀ 13 ਤਰੀਕ ਨੂੰ ਇਕੱਠੇ ਹੋ ਕੇ ਡੀਸੀ ਦਫ਼ਤਰਾਂ ਦੇ ਵਿੱਚ ਜਾ ਕੇ ਕਾਲੀਆਂ ਦਸਤਾਰਾਂ, ਕਾਲੇ ਝੰਡੇ ਚੱਕ ਕੇ ਉਹਨਾਂ ਨੂੰ ਮੈਮੋਰੰਡਮ ਦੇਣ ਵਾਸਤੇ ਜਾਵਾਂਗੇ। ਚੰਗੀ ਗੱਲ ਹੈ, ਮੈਮੋਰੰਡਮ ਦੇਣਾ ਚਾਹੀਦਾ ਹੈ। ਧਾਮੀ ਸਾਹਿਬ ਇਹ ਗੱਲ ਕਿਉਂ ਨਹੀਂ ਦੱਸਦੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਲਗਾਤਾਰ ਪਿਛਲਾ ਸਮਾਂ ਪੂਰਾ, ਹੁਣ ਵਾਲਾ ਸਮਾਂ ਇਹ 20 ਤੱਕ 3 ਸਾਲ 8 ਸਾਲ ਮੰਤਰੀ ਮੰਡਲ ਦੇ ਵਿੱਚ ਭਾਈਵਾਲ ਰਿਹਾ ਤੇ ਉਹਨਾਂ ਨੇ ਉਸ ਵੇਲੇ ਇਹ ਮਸਲਾ ਕਿਉਂ ਨਾ ਉਠਾਇਆ? ਪ੍ਰਧਾਨ ਮੰਤਰੀ ਸਾਹਿਬ ਨਵੰਬਰ 2019 ਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜਾ ਸਮਾਗਮਾਂ ਵਿੱਚ ਭਾਗ ਲੈਣ ਆਏ ਸਨ, ਉਸ ਵੇਲੇ ਉਹ ਐਲਾਨ ਵੀ ਕਰਕੇ ਗਏ ਸਨ ਤੇ ਫਿਰ 1.5 ਸਾਲ ਦੇ ਲਗਭਗ ਇਹਨਾਂ ਦੀ ਆਪਸ ਵਿੱਚ ਦੀ ਇਕੱਠੇ ਰਹੇ। ਉਸ ਵੇਲੇ ਕਿਉਂ ਨਾ ਕੀਤਾ ਗਿਆ? ਇਹ ਅੱਜ ਜਿਹੜੀ ਗੱਲ ਕਰਦੇ ਆ, ਜੇ ਉਦੋਂ ਗੰਭੀਰਤਾ ਨਾਲ ਲਿਆ ਹੁੰਦਾ ਤੇ ਬੰਦੀ ਸਿੰਘਾਂ ਬਾਰੇ ਤਾਂ ਇਹਨਾਂ ਦੇ ਆਪਣੇ ਰਾਜ ਦੇ ਵਿੱਚ ਬਾਪੂ ਸੂਰਤ ਸਿੰਘ ਗੱਲ ਚੱਕਦੇ ਸੀ, ਉਹਨਾਂ ਨੇ ਧਰਨੇ ਵੀ ਦਿੱਤੇ, ਭੁੱਖ ਹੜਤਾਲਾਂ ਵੀ ਕੀਤੀਆਂ, ਉਹਨਾਂ ਨਾਲ ਕੀ ਵਿਵਹਾਰ ਕੀਤਾ ਸੀ। ਤੇ ਅੱਜ ਇਸ ਮੁੱਦੇ ਤੇ ਸੰਗਰੂਰ ਦੀ ਚੋਣ ਵੀ ਲੜ ਚੁੱਕੇ ਨੇ, ਉਹਦਾ ਕਿੰਨਾ ਕੁ ਅਸਰ ਪਿਆ ਤੁਹਾਡੇ ਸਾਹਮਣੇ ਹੈ। ਇਹ ਵੇਲੇ ਦੇ ਰਾਗ, ਕਬੀਲੇ ਦੀਆਂ ਟੱਕਰਾਂ, ਠੀਕ ਹੈ, ਉਹਨਾਂ ਦਾ ਸੰਵਿਧਾਨਕ ਹੱਕ ਹੈ, ਔਰ ਸੰਵਿਧਾਨਕ ਹੱਕ ਦੇ ਚੱਲਦਿਆਂ ਜੇ ਉਹਨਾਂ ਨੇ ਅੱਜ ਧਰਨੇ ਦਿੱਤੇ ਨੇ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਮੈਮੋਰੰਡਮ ਦੇ ਕੇ ਆਏ ਨੇ, ਦੇ ਆਓ, ਜਿਵੇਂ ਬਾਕੀ ਜਥੇਬੰਦੀਆਂ ਪਾਰਟੀਆਂ ਮੈਮੋਰੰਡਮ ਦਿੰਦੀਆਂ ਨੇ ਉਸੇ ਤਰੀਕੇ ਨਾਲ ਇਹ ਵੀ ਦੇ ਆਏ, ਇਹਨਾਂ ਦਾ ਹੱਕ ਹੈਗਾ। ਲੇਕਿਨ ਜੇ ਸਹੀ ਕਦਮ ਸਹੀ ਸਮੇਂ ਤੇ ਉਠਾ ਲਿਆ ਜਾਵੇ ਤਾਂ ਸ਼ਾਇਦ ਇਹ ਸਮੱਸਿਆਵਾਂ ਪੈਦਾ ਨਾ ਹੁੰਦੀਆਂ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਹੈ ਪੰਜਾਬ ਸਰਕਾਰ ਦੀ, ਤਾਂ ਪੰਜਾਬ ਸਰਕਾਰ ਨੇ ਰੇਤੇ ਅਤੇ ਬਜਰੀ ਦੇ ਰੇਟ ਜਿਹੜੇ ਸੀਮਤ ਬੰਨ੍ਹ ਦਿੱਤੇ ਨੇ, ਜਿਸ ਦੇ ਚੱਲਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਜਿਹੜਾ ਉਹ ਬੋਝ ਪਵੇਗਾ। ਜੀ, ਇਹਨਾਂ ਨੇ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਤਾਂ ਇਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ 5.5 ਰੁਪਏ ਪ੍ਰਤੀ ਘਨ ਫੁੱਟ ਇਹ ਰੇਤ ਦਾ ਰੇਟ ਕਰਤਾ ਖੱਡ ਤੇ। ਇਹਨਾਂ ਨੇ ਉਸ ਨਾਲੋਂ 1.5 ਗੁਣੇ ਤੋਂ ਵੀ ਵੱਧ ਕਰਤਾ, 9 ਰੁਪਏ ਪ੍ਰਤੀ ਘਨ ਫੁੱਟ। ਭਾਵੇਂ ਉਦੋਂ ਵੀ ਲੋਕਾਂ ਤੱਕ ਇਸ ਭਾਅ ਤੇ ਨਹੀਂ ਮਿਲੀ ਸੀ, ਕੀ ਹੁਣ ਇਹ ਪ੍ਰੈਕਟੀਕਲ ਕਰਾ ਦੇਣਗੇ? ਇੱਕ ਸਵਾਲ ਹੈ। ਦੂਜਾ, ਇਹ 9 ਰੁਪਏ ਪ੍ਰਤੀ ਘਨ ਫੁੱਟ ਕਰਤਾ ਦਿੱਤਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਅਸੀਂ 5.5 ਰੁਪਏ ਕੀਤਾ ਸੀ, ਇਹਦੇ ਨਾਲ ਲੋਕਾਂ ਕੋਲ ਤਾਂ ਫੇਰ ਉਹ 20 ਰੁਪਏ ਦੇ ਲਗਭਗ ਜਾ ਕੇ ਪਹੁੰਚਣੇ। ਇਹਦਾ ਮਤਲਬ ਤੁਸੀਂ ਜਿਹੜੀਆਂ ਮੁਫਤ ਦੀਆਂ ਗਰੰਟੀਆਂ ਦਿੰਦੇ ਪਏ ਹੋ, ਇਹ ਮੁਫਤ ਦੀ ਗਰੰਟੀ ਵਾਸਤੇ ਫਿਰ ਲੋਕਾਂ 'ਤੇ ਬੋਝ ਪਾਉਣਾ ਟੈਕਸਾਂ ਦਾ। ਇਹ ਗੱਲ ਉਹਨਾਂ ਨੇ ਅੱਜ ਕਹਿ ਦਿੱਤੀ ਹੈ। ਸੋ ਉਹ ਕਹਿੰਦੇ ਕਿ ਲੋਕਾਂ 'ਤੇ ਬੋਝ ਪਾ ਕੇ ਇੱਕ ਪਾਸੇ ਗਰੰਟੀ ਦਿਖਾ ਦਿਓ, ਦੂਜੇ ਪਾਸੇ ਦੁੱਗਣਾ ਬੋਝ ਪਾ ਦਿਓ। ਇਹ ਦੋਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਏ ਨੇ ਮਾਨ ਸਾਹਿਬ ਦੀ ਸਰਕਾਰ ਤੇ, ਉਹਨਾਂ ਦੇ ਜਿਹੜਾ ਖਨਨ ਦਾ ਮੰਤਰੀ ਹੈ ਹਰਜੋਤ ਸਿੰਘ ਬੈਂਸ। ਜੀ, ਇਸ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਾਸ਼ਤਕਾਰਾਂ ਨੂੰ ਜਿਹੜੀ ਇਹ 100 ਕਰੋੜ ਦੀ ਰਾਸ਼ੀ ਆ ਉਹ ਜਿਹੜੀ ਬਕਾਇਆ ਰਾਸ਼ੀ ਉਹ ਜਾਰੀ ਕੀਤੀ ਹੈ। ਦੇਖੋ, ਇਹ ਜਿਹੜੇ ਸਵਾਲ ਅਖਬਾਰਾਂ ਦੇ ਵਿੱਚ ਬਣ ਰਹੇ ਨੇ, ਖਬਰਾਂ ਨਸ਼ਰ ਹੋ ਰਹੀਆਂ ਨੇ, ਭੰਗੂ ਸਾਹਿਬ ਇਹ ਚੀਜ਼ ਦਾ ਤਾਂ ਪਹਿਲਾਂ ਹੀ ਤੈਅ ਹੋ ਚੁੱਕਿਆ ਸੀਗਾ। ਜੀ, ਕੇਂਦਰ ਸਰਕਾਰ ਦਾ, ਪੰਜਾਬ ਸਰਕਾਰ ਦਾ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਦੇ ਉੱਤੇ ਜਿਹੜਾ ਬੋਝ ਹੈ ਪੰਜਾਬ ਸਰਕਾਰ ਤੇ 295.60 ਕਰੋੜ ਦਾ। 29 ਜੁਲਾਈ ਨੂੰ ਇਹਨਾਂ ਨੇ
ਉਹਦੀ 100 ਕਰੋੜ ਰਾਸ਼ੀ ਜਾਰੀ ਕਰਤੀ ਸੀ 29 ਜੁਲਾਈ ਨੂੰ। ਨਾਲ ਵਾਅਦਾ ਕੀਤਾ ਸੀ ਕਿ ਦੂਜੀ ਅਸੀਂ 15 ਅਗਸਤ ਨੂੰ ਦੇ ਦੇਵਾਂਗੇ 100 ਕਰੋੜ ਦੀ, 200 ਕਰੋੜ। ਹੁਣ ਇਹਨਾਂ ਨੇ ਕੱਲ ਜਾਰੀ ਕਰਤੀ, ਭਾਵ 3 ਦਿਨ ਪਹਿਲੇ ਜਾਰੀ ਕਰਤੀ ਨਿਰਧਾਰਤ ਸਮੇਂ ਤੋਂ, ਜਦੋਂ ਕਿਸਾਨ ਫਗਵਾੜਾ ਖੰਡ ਮਿਲ ਦੇ ਸਾਹਮਣੇ ਜਾ ਕੇ ਬਹਿ ਗਏ ਨੇ, ਜਿਹੜੀ ਪ੍ਰਾਈਵੇਟ ਖੰਡ ਮਿਲ ਹੈ ਜੀ। ਤੇ ਮਾਨ ਸਾਹਿਬ ਨੇ ਐਲਾਨ ਕਰਤਾ ਕਿ ਜਿਹੜਾ ਬਾਕੀ 95.60 ਲੱਖ ਰਹਿ ਗਿਆ, ਇਹ ਰਾਸ਼ੀ ਫਿਰ ਅਸੀਂ ਤੁਹਾਡੀ ਅਗਲੇ ਦਿਨਾਂ ਵਿੱਚ ਭਾਵ 7 ਸਤੰਬਰ ਤੱਕ ਜਾਰੀ ਕਰ ਦੇਵਾਂਗੇ। ਹੁਣ 200 ਕਰੋੜ ਤਾਂ ਹੋ ਗਿਆ, ਤਾਂ 95,60,000 ਰੁਪਈਆ ਰਹਿ ਗਿਆ। 95 ਕਰੋੜ 60 ਲੱਖ ਉਹ ਜਿਹੜਾ ਹੈਗਾ 7 ਸਤੰਬਰ ਤੱਕ ਸਰਕਾਰ ਜਾਰੀ ਕਰਨ ਨੂੰ ਕਹਿ ਰਹੀ ਹੈ। ਇਹ ਮਸਲਾ ਤਾਂ ਹੱਲ ਇਸ ਤਰੀਕੇ ਨਾਲ ਹੋ ਗਿਆ। ਦੂਜਾ ਜਿਹੜਾ ਕਿਸਾਨ ਜਥੇਬੰਦੀਆਂ ਨੇ ਦਾਅਵਾ ਕਰਦੇ ਆ ਕਿ ਅਸੀਂ ਹੁਣ 31 ਇਕੱਠੇ ਆ, ਉਹਨਾਂ ਨੇ ਜਿਹੜਾ 72 ਕਰੋੜ ਦਾ ਬਕਾਇਆ ਖੜਾ ਹੈਗਾ ਫਗਵਾੜਾ ਖੰਡ ਮਿਲ ਦੇ ਮੂਹਰੇ, ਇਸੇ ਕਰਕੇ ਬੈਠੇ ਨੇ। ਫਗਵਾੜਾ ਖੰਡ ਮਿਲ ਕੁਝ ਸਮਾਂ ਮੰਗਦੀ ਸੀ। ਇਹਨਾਂ ਦੀ ਇੱਕ ਭੁੰਨਾ ਖੰਡ ਮਿਲ ਹੈ ਹਰਿਆਣੇ ਦੇ ਵਿੱਚ, ਉਹ ਕਹਿੰਦੇ ਅਸੀਂ ਉਹਦੀ ਜ਼ਮੀਨ ਵੇਚਤੀ ਹੈ, ਪਰ ਸਰਕਾਰ ਨੇ ਅੜਿੱਕੇ ਲਾ ਕੇ ਉੱਥੇ ਰਜਿਸਟਰੀ ਤੇ ਰੋਕ ਲਾਤੀ ਹੈ ਜੀ। ਕੱਲ ਇਹਨਾਂ ਦੇ ਵੱਡੇ ਆਗੂ ਨੇ ਮਨਜੀਤ ਸਿੰਘ ਰਾਏ ਸਾਹਿਬ, ਉੱਥੇ ਸੁਰਜੀਤ ਸਫੂਲ ਵੀ ਬੈਠੇ ਸੀ, ਜਿਹੜਾ ਖੁੰਡੇ ਵਾਲਾ ਬਾਬਾ ਹੈ ਰੁਲਦੂ ਸਿੰਘ ਮਾਨਸਾ ਜੀ, ਉਹ ਵੀ ਉੱਥੇ ਸੁਸ਼ੋਭਿਤ ਸੀ। ਇਹਨਾਂ ਦੀ ਮੀਟਿੰਗ ਹੋਈ ਹੈ, ਉਹ ਸਮਾਂ ਮੰਗਦੇ ਸੀ। ਕੱਲ ਸਾਰਾ ਦਿਨ ਇਹਨਾਂ ਨੇ ਸੜਕ ਦੀ ਆਵਾਜਾਈ ਰੋਕ ਕੇ ਰੱਖੀ, ਸੜਕ ਬਦਲਵੇਂ ਪਾਸਿਆਂ ਤੋਂ ਕੱਢੀ ਗਈ। ਉਹਦੀ ਥਾਂ ਦੇ ਉੱਤੇ ਇਹਨਾਂ ਨੇ ਅੱਜ ਇੱਕ ਪਾਸੋਂ ਸੜਕ ਖੋਲ੍ਹਤੀ ਤੇ 25 ਅਗਸਤ ਤੱਕ ਦਾ ਉਹਨਾਂ ਨੂੰ ਸਮਾਂ ਦੇਤਾ ਕਿ 25 ਅਗਸਤ ਤੱਕ ਤੁਸੀਂ ਕਿਰਪਾ ਕਰਕੇ ਇਹ ਜਿਹੜਾ 72 ਕਰੋੜ ਦਾ ਕਿਸਾਨਾਂ ਦਾ ਬਕਾਇਆ ਉਹ ਅਦਾ ਕਰੋ। ਜੇ ਨਹੀਂ ਕਰਨਗੇ ਉਹ ਕਹਿੰਦੇ ਫਿਰ 25 ਅਗਸਤ ਨੂੰ ਅਸੀਂ ਵੱਡਾ ਇਕੱਠ ਉੱਥੇ ਰੱਖਾਂਗੇ ਜੀ। ਕਿਹਾ ਜਾ ਰਿਹਾ ਕਿ ਪਹਿਲੀ 1 ਸਤੰਬਰ ਤੋਂ ਜਿਹੜਾ 51 ਲੱਖ ਲੋਕਾਂ ਨੂੰ ਪਹਿਲੀ ਵਾਰ ਜਿਹੜਾ ਉਹ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਜੀ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤਾ ਗਿਆ ਹੈ ਜੀ। ਉਹ ਕਹਿੰਦੇ ਕਿ ਤਕਰੀਬਨ ਇਹਦੇ ਚੋਂ 74 ਚੋਂ 51 ਲੱਖ ਖਪਤਕਾਰਾਂ ਦਾ ਬਿੱਲ ਜ਼ੀਰੋ ਆਵੇਗਾ। 68 ਲੱਖ ਪਰਿਵਾਰਾਂ ਨੂੰ ਇਹਦਾ ਵੱਧ ਲਾਭ ਮਿਲੇਗਾ, ਭਾਵ 90% ਲੋਕ ਉਹਦੇ ਵਿੱਚ ਆਉਣਗੇ। ਕੁਝ ਹਦਾਇਤਾਂ ਸਰਕਾਰ ਨੇ ਹੋਰ ਵੀ ਦਿੱਤੀਆਂ ਨੇ, ਪਤਾ ਤਾਂ ਲੱਗੇਗਾ 1 ਸਤੰਬਰ ਨੂੰ। ਉਹ ਹਦਾਇਤਾਂ ਇਹ ਜਾਰੀ ਕੀਤੀਆਂ ਨੇ ਕਿ ਜਿਹੜਾ ਬੰਦਾ ਇਨਕਮ ਟੈਕਸ ਭਰਦਾ ਉਹਦਾ ਬਿੱਲ ਨਹੀਂ ਮਾਫ ਹੋ ਗਿਆ, ਫਲਾਣੇ ਦਾ ਨਹੀਂ ਹੋਵੇਗਾ। ਇਹ ਵੀ ਅਸੀਂ ਗੱਲ ਸੁਣਦੇ ਆ ਰਹੇ ਹਾਂ। ਸਰਕਾਰ ਨੂੰ ਜੋ ਵੀ ਹੈ ਉਹ ਸਾਰੀ ਨੀਤੀ ਕਲੀਅਰ ਕਰ ਦੇਣੀ ਚਾਹੀਦੀ ਹੈ। ਸਰਕਾਰ ਇਹ ਗੱਲ ਕਹਿੰਦੀ ਹੈ ਕਿ ਜੇ 300 ਤੋਂ ਘੱਟ ਬਿੱਲ ਆਉਂਦਾ ਹੈ ਯੂਨਿਟਾਂ ਤੋਂ 1 ਮਹੀਨੇ ਦਾ, ਭਾਵ 12 ਤੇ 3600 ਯੂਨਿਟ ਦਾ ਜਿਹੜਾ ਬਿੱਲ ਹੈ ਉਹ ਮਾਫ ਕਰ ਦਿੱਤਾ ਜਾਵੇਗਾ ਜੀ, ਦਿੱਤਾ ਗਿਆ ਹੈਗਾ ਜੀ। ਇਸ ਦੇ ਨਾਲ ਜੇਕਰ ਗੱਲ ਕੀਤੀ ਹੈ ਫਰੀਦਕੋਟ ਜੇਲ੍ਹ ਦੀ, ਤਾਂ ਫਰੀਦਕੋਟ ਜੇਲ੍ਹ ਦੇ ਵਿੱਚੋਂ 32 ਮੋਬਾਈਲ ਫੋਨ ਨੇ ਜਿਹੜੇ ਉਹ ਬਰਾਮਦ ਹੋਏ ਨੇ ਜੀ। ਦੇਖੋ, ਫਰੀਦਕੋਟ ਜੇਲ੍ਹ ਵਾਹਵਾ ਲੰਬੇ ਸਮੇਂ ਤੋਂ ਇਸ ਵੇਲੇ ਸੁਰਖੀਆਂ ਦੇ ਵਿੱਚ ਚੱਲੀ ਆ ਰਹੀ ਹੈ। ਉੱਥੇ ਜਿਹੜੇ ਕੈਦੀ ਨੇ ਜਾਂ ਹਵਾਲਾਤੀ ਨੇ, ਉਹਨਾਂ ਦੇ ਵਿੱਚੋਂ 3333 ਦਾ ਟੈਸਟ ਹੁੰਦਾ ਹੈ, ਜਿਹੜਾ ਡੋਪ ਟੈਸਟ ਹੈ। 1064 ਪੋਜ਼ਿਟਿਵ ਆ ਜਾਂਦੇ ਨੇ, 48% ਲੋਕ। ਕਈਆਂ ਦਾ ਕਈ ਕੁਝ ਉੱਥੇ ਵਾਪਰਿਆ ਨਾ। 1064 ਔਰਤਾਂ ਵੀ ਉਹਦੇ ਚੋਂ ਪੋਜ਼ਿਟਿਵ ਆ ਜਾਂਦੀਆਂ ਨੇ, ਕੁਝ ਹੋਰ ਔਰਤਾਂ ਜਿਹੜੀਆਂ ਨੇ 165 ਹੈ ਸ਼ਾਇਦ। ਉਹ ਹੁਣ ਜਾਂਚ ਕੀਤੀ, ਕਿਹਾ ਉਹਨੂੰ ਮਾਡਰਨ ਜੇਲ੍ਹ ਜਾਂਦਾ ਹੈ। ਉਸ ਮਾਡਰਨ ਜੇਲ੍ਹ ਦੇ ਵਿੱਚ ਇਹ ਸਾਰਾ ਕੁਝ ਦੇਖਿਆ ਗਿਆ। ਹੁਣ ਉੱਥੋਂ 32 ਤਾਂ ਮੋਬਾਈਲ ਮਿਲਦੇ ਨੇ ਤੇ ਕਾਫੀ ਸਾਰੇ ਸਿਮ ਵੀ ਹੈ। ਇਹਦੇ ਵਿੱਚ ਜਿਹੜਾ ਸਾਡੇ ਕੋਲ ਆਇਆ ਕਿ ਕੁਝ ਚਾਰਜਰ, ਸਿਮ ਤੇ ਜਿਹੜੇ ਦੂਸਰੇ ਹੋਰ ਬਿਜਲਈ ਹਥਿਆਰ ਨੇ, ਬਿਜਲਈ ਜੰਤਰ ਨੇ, ਹਥਿਆਰ ਨਹੀਂ ਜੰਤਰ ਨੇ, ਇਹ ਸਾਰੇ ਉਹਨਾਂ ਕੋਲੋਂ ਉੱਥੇ ਪ੍ਰਾਪਤ ਹੋ ਰਹੇ ਨੇ।
ਜੇ ਇਹ ਉੱਥੋਂ ਪ੍ਰਾਪਤ ਹੋ ਰਹੇ ਨੇ ਤਾਂ ਬਾਰ-ਬਾਰ ਇਹ ਜੇਲ੍ਹ ਸੁਰਖੀਆਂ ਦੇ ਵਿੱਚ ਆਉਂਦੀ ਹੈ। ਇਸ ਮਾਮਲੇ ਦੇ ਵਿੱਚ ਫਿਰ ਉੱਥੋਂ ਦੇ ਜੇਲ੍ਹ ਸਟਾਫ ਦੀ ਸਕਰੀਨਿੰਗ ਕਰਨੀ ਚਾਹੀਦੀ ਹੈ। ਇਹਦਾ ਮਤਲਬ ਕਾਲੀਆਂ ਭੇਡਾਂ ਦਾ ਭਾਰ ਉੱਥੇ ਜ਼ਿਆਦਾ ਹੈ। ਉਹਨਾਂ ਕਾਲੀਆਂ ਭੇਡਾਂ ਨੂੰ ਪਾਸੇ ਕਰਨਾ ਚਾਹੀਦਾ ਹੈ, ਤਾਂ ਹੀ ਜੇਲ੍ਹ ਪ੍ਰਬੰਧ ਦੇ ਵਿੱਚ ਕੋਈ ਸਮਝੌਤਾ, ਕੋਈ ਚੰਗਾ ਉੱਥੇ ਕੰਮ ਹੋ ਸਕਦਾ ਹੈ। ਪਰ ਅਜੇ ਤੱਕ ਤਾਂ ਇਹੀ ਕੁਛ ਹੈਗਾ। ਉੱਥੇ ਇੱਕ ਸਮਾਰਟ ਘੜੀ ਵੀ ਮਿਲਦੀ ਹੈ। ਇਸ ਕਰਕੇ ਚਾਹੀਦਾ ਇਹ ਹੈ ਕਿ ਉੱਥੇ ਦੇ ਜਿਹੜੇ ਕਰਮਚਾਰੀ ਨੇ ਪਹਿਲਾਂ ਉਹਨਾਂ 'ਤੇ ਤਿਰਛੀ ਨਜ਼ਰ ਰੱਖੀ ਜਾਵੇ, ਤਾਂ ਜੋ ਇਹਨਾਂ ਮਾਮਲਿਆਂ ਦੀ ਅੱਗੇ ਜਾ ਕੇ ਜਿਹੜੇ ਹੁਣ 32 ਮੋਬਾਈਲ ਮਿਲ ਰਹੇ ਨੇ, ਚਾਰਜਰ ਮਿਲ ਰਹੇ ਨੇ, ਇਹਦਾ ਮਤਲਬ 3 ਚਾਰਜਰ ਇੱਕ ਦੂਜੇ ਦੇ ਨਾਲ ਚਲਾਉਂਦੇ ਆ ਜੀ। ਇਹ ਬੜਾ ਘਾਤਕ ਹੈ। ਤੇ ਕਿਉਂ ਮਿਲਦੇ ਨੇ? ਜੇਲ੍ਹ ਮੰਤਰੀ ਨੂੰ ਇਸ ਮਾਮਲੇ ਦੇ ਵਿੱਚ ਕੁਝ ਹੋਰ ਸਖਤੀ ਕਰਨ ਦੀ ਜ਼ਰੂਰਤ ਹੈ ਜੀ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਲੋਕਾਂ ਨੂੰ ਖੱਡਾ ਰਹਿਤ ਅਤੇ ਚੌੜੀਆਂ ਸੜਕਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣਗੀਆਂ ਜੀ। ਦੇਖੋ, ਇਹ ਜਿਹੜੇ ਮੰਤਰੀ ਨੇ ਸਾਡੇ ਜੀ, ਈਟੀਓ ਹਰਭਜਨ ਸਿੰਘ, ਇਹ ਚੀਜ਼ ਉਹਨਾਂ ਨੇ ਕਹੀ ਹੈ ਕਿ 32,890 ਕਿਲੋਮੀਟਰ ਜੀ, ਇਹ ਜਿਹੜੀਆਂ ਸੜਕਾਂ ਨੇ ਉਹ ਬਣਾਈਆਂ ਜਾਣਗੀਆਂ। 80 ਮਾਰਕੀਟ ਕਮੇਟੀਆਂ ਇਹਦੇ ਲਈ ਕੰਮ ਕਰਨਗੀਆਂ। ਲੋਕ ਨਿਰਮਾਣ ਵਿਭਾਗ ਉਹਨਾਂ ਦੱਸਿਆ ਕਿ 471.92 ਕਰੋੜ ਦੀ ਲਾਗਤ ਨਾਲ ਹੁਣ 3793 ਸੰਪਰਕ ਸੜਕਾਂ ਨੂੰ ਮੁਰੰਮਤ ਕਰਕੇ ਇਹਨਾਂ ਦੇ ਕੰਮ ਚੱਲ ਰਿਹਾ ਹੈ। 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। 542.86 ਕਰੋੜ ਦੀ ਲਾਗਤ ਨਾਲ 1887 ਕਿਲੋਮੀਟਰ ਲੰਬਾਈ ਇਹਨਾਂ ਸੰਪਰਕ ਸੜਕਾਂ ਦੀ ਚੌੜਾ ਕਰਨ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ। 30 ਜੂਨ ਤੋਂ 23 ਤੱਕ ਮੁਕੰਮਲ ਹੋ ਜਾਏਗਾ। ਤੇ ਇਸ ਤੋਂ ਇਲਾਵਾ 2217.35 ਕਿਲੋਮੀਟਰ ਸੜਕਾਂ ਤੇ 361 ਕਰੋੜ ਜਿਨ੍ਹਾਂ ਦੇ ਕੰਮ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਚੰਗੀ ਗੱਲ ਹੈ ਕਿ ਇਹਨਾਂ ਨੇ ਇਹ ਬਰਸਾਤਾਂ ਤੋਂ ਬਾਅਦ ਸ਼ੁਰੂ ਕਰਨ ਲੱਗੇ ਨੇ। ਜੇ ਬਰਸਾਤਾਂ ਤੋਂ ਬਾਅਦ ਸ਼ੁਰੂ ਕਰਨ ਲੱਗੇ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਇਹਦੇ ਤੇ ਫਿਰ ਕੋਈ ਨਾ ਕੋਈ ਕੰਮ ਚੰਗਾ ਹੈ। ਨਹੀਂ ਤਾਂ ਇਹ ਜੂਨ 'ਚ ਸੜਕਾਂ ਬਣਾਉਂਦੇ ਆ, ਮਈ 'ਚ ਸ਼ੁਰੂ ਕਰਦੇ ਆ, ਜੂਨ 'ਚ ਟੁੱਟ ਜਾਂਦੀਆਂ ਨੇ ਜੀ। ਤੇ ਪਤਨਾਲਾ ਉੱਥੇ ਦਾ ਉੱਥੇ ਜੀ। ਚੰਗੀ ਗੱਲ ਹੈ। ਇਹ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਜੀ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਬਲਜੀਤ ਸਿੰਘ ਦਾਦੂਵਾਲ ਦੀ, ਤਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੱਲ੍ਹ ਮੀਟਿੰਗ ਕੀਤੀ ਹੈ, ਜਿਸ ਦੇ ਵਿੱਚ ਕਈ ਅਹਿਮ ਮੁੱਦੇ ਚੁੱਕਣੇ ਤੇ ਉੱਥੇ ਹੀ ਰਾਮ ਰਹੀਮ ਨੂੰ ਲੈ ਕੇ ਕਿਹਾ ਕਿ ਉਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਜਿਹੜਾ ਬਾਹਰ ਲਿਆਂਦਾ ਜਾਵੇ, ਜਿਸ ਦੇ ਤਹਿਤ ਬਾਈਬਲ ਗੋਲੀकांड ਅਤੇ ਬੇਅਦਬੀ ਦੇ ਮੁੱਦੇ ਦੀ ਜਾਂਚ ਕੀਤੀ ਜਾਵੇ। ਇਹ ਗੱਲ ਬਲਜੀਤ ਸਿੰਘ ਦਾਦੂਵਾਲ ਜਦੋਂ ਕੱਲ੍ਹ ਮਿਲਦੇ ਨੇ ਭਗਵੰਤ ਸਿੰਘ ਮਾਨ ਸਾਹਿਬ ਨੂੰ, ਉਸ ਵੇਲੇ ਉਠਾਉਂਦੇ ਨੇ ਜੀ। ਉਹਨਾਂ ਨੇ ਸਕੱਤਰ ਨੇ ਹਰਿਆਣਾ ਕਮੇਟੀ ਦੇ ਸਰਬਜੀਤ ਸਿੰਘ ਜੰਮੂ, ਉਹਨਾਂ ਨੇ ਇਹ ਕਿਹਾ ਕਿ ਵੈਸੇ ਦਾਦੂਵਾਲ ਸਾਹਿਬ ਬਹੁਤ ਚਿਰ ਤੋਂ ਕਹਿੰਦੇ ਆ ਰਿਹਾ ਕਿ ਉਹਦੀ ਹਿਰਾਸਤੀ ਪੁੱਛਗਿੱਛ ਹੋਵੇ। ਉਹ ਜਿਵੇਂ ਪੁਲਿਸ ਜਿਹੜੇ ਢੰਗ ਨਾਲ ਕਰਦੀ ਹੈ ਉਸ ਢੰਗ ਨਾਲ ਹੋਵੇ ਤੇ ਉਹ ਬਹੁਤ ਕੁਝ ਵਕ ਦੇਵੇਗਾ ਕਿ ਗੋਲੀ ਕਿਵੇਂ ਚੱਲੀ ਤੇ ਕਿਹੜੇ ਆ ਕੇ ਉਹਦੇ ਚਰਨਾਂ ਦੇ ਵਿੱਚ ਸੁਸ਼ੋਭਿਤ ਹੁੰਦੇ ਸੀ। ਇੱਥੇ ਆਪਣੇ ਆਪ ਨੂੰ ਪੰਥ ਕਹਾਉਣ ਤੇ ਉਹਦੇ ਚਰਨਾਂ ਦੇ ਵਿੱਚ ਜਾ ਕੇ ਸੁਸ਼ੋਭਿਤ ਹੁੰਦੇ ਸੀ ਜੀ। ਉਹ ਕਹਿੰਦੇ ਇਸੇ ਕਰਕੇ ਇਨਸਾਫ ਨਹੀਂ ਮਿਲ ਰਿਹਾ। 2014 'ਚ ਇਹ ਵੱਖਰੀ ਬਣ ਗਈ ਸੀ। ਉਹ ਕਹਿੰਦੇ ਬੇਅਦਬੀ ਦਾ ਕਾਂਡ ਹੋਇਆ, ਬਾਈਬਲ ਕਲਾਂ ਦਾ ਗੋਲੀकांड ਹੋਇਆ। ਇਹ ਸਾਰਾ ਕੁਝ ਵਿਖਿਆ। ਪਹਿਲਾਂ ਵੀ ਉਹਨਾਂ ਨੇ ਸਰਕਾਰਾਂ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਕੇਂਦਰ ਨੂੰ ਚਿੱਠੀ ਲਿਖੀ ਹੈ, ਖਾਸ ਕਰ ਦਵਿੰਦਰਪਾਲ ਭੁੱਲਰ। ਨਾਲ ਹੀ ਉਹਨਾਂ ਨੇ ਦਾਦੂਵਾਲ ਸਾਹਿਬ ਨੇ ਇਹ ਗੱਲ ਵੀ ਉਠਾਈ ਹੈ ਕਿ ਜਿਹੜਾ ਤੁਸੀਂ ਐਡਵੋਕੇਟ ਜਨਰਲ ਲਾ ਲਿਆ, ਇਹ ਐਡਵੋਕੇਟ ਜਨਰਲ ਹੁਣ ਤੱਕ ਡੇਰੇ ਵਾਲੇ ਦਾ ਵਕੀਲ ਰਿਹਾ, ਇਸ ਕਰਕੇ ਇਹਨੂੰ ਤੁਰੰਤ ਉਸ ਤੋਂ ਬੰਦ ਕਰਾਇਆ ਜਾਵੇ। ਇੱਕ ਪੰਜਾਬ ਦੇ ਵਿੱਚ ਜਿਹੜੀ ਇਹਦੀ ਨਾਮ ਚਰਚਾ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ, ਉਹ ਵੀ ਤੁਰੰਤ ਬੰਦ ਕਰਾਈ ਜਾਵੇ। ਕਈ ਮਸਲੇ ਪੰਜਾਬ ਦੇ ਮੁੱਖ ਮੰਤਰੀ ਨਾਲ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਚੁੱਕੇ ਨੇ। ਉਮੀਦ ਰੱਖਣੀ ਚਾਹੀਦੀ ਹੈ ਕਿ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ
ਇਹਨਾਂ ਨੂੰ ਤਵੱਜੋ ਦਿੰਦੇ ਹੋਏ ਇਹਨਾਂ ਨੂੰ ਕਿਸੇ ਨੇਪਰੇ ਚਾੜਨ ਦਾ ਯਤਨ ਕਰਨਗੇ। ਜੀ, ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਬਗਾਵਤ ਪੈਦਾ ਹੋ ਰਹੀ ਸੀ, ਜਿਸ ਤੋਂ ਬਾਅਦ ਬੀਤੇ ਦਿਨੀ ਪੂਰੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹਿਲਾਂ ਮੌਜੂਦ ਸਨ। ਪ੍ਰੈਸ ਕਾਨਫਰੰਸ ਵੇਲੇ ਜਿਹੜੀ ਪ੍ਰੇਮ ਸਿੰਘ ਚੰਦੂਮਾਜਰਾ ਤੇ ਭੁੰਦੜ ਸਾਹਿਬ ਨੇ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਹੈ। ਜੀ, ਇਹਨਾਂ ਨੂੰ ਇਸ ਗੱਲ ਦਾ ਪਹਿਲਾਂ ਦੱਸਣਾ ਚਾਹੀਦਾ ਹੈ ਜੀ ਕਿ ਹੁਣ ਤੱਕ ਤੁਹਾਡਾ ਰੌਲਾ ਕੀ ਸੀ। ਹੁਣ ਤੱਕ ਰੌਲਾ ਪਾਇਆ ਬਾਈ ਝੁੰਦਾ ਕਮੇਟੀ, ਝੁੰਦਾ ਕਮੇਟੀ, ਝੁੰਦਾ ਕਮੇਟੀ। ਜੇ ਝੁੰਦਾ ਕਮੇਟੀ ਨੇ ਕਿਹਾ ਹੀ ਨਹੀਂ ਕਿ ਪ੍ਰਧਾਨ ਬਦਲੋ, ਤੇ ਬਹੁਤ ਸਾਰੇ ਲੋਕਾਂ 'ਚ ਇਹ ਚਰਚਾ ਹੋ ਜਾਂਦੀ ਹੈ ਕਿ ਹੁਣ ਮਤਾ ਇਕੱਠਾ ਹੀ ਪਾਉਂਦੇ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅਨੰਤਵੀਰ ਸਾਹਿਬ ਤੱਕ ਪ੍ਰਧਾਨਗੀ ਜਿਹੜੀ ਆ ਬਾਦਲ ਟੱਬਰ ਕੋਲ ਹੀ ਰਹੇਗੀ। ਫਿਰ ਇਹ ਝੁੰਦਾ ਕਮੇਟੀ ਦਾ ਐਡਾ ਢੰਡੋਰਾ ਕਿਉਂ ਪਿੱਟਿਆ ਗਿਆ ਜੇ ਉਹਦੇ ਵਿੱਚ ਪ੍ਰਧਾਨ ਸਾਹਿਬ ਨੂੰ ਬਦਲਣ ਦਾ ਕੋਈ ਮਤਲਬ ਹੀ ਨਹੀਂ ਸੀ। ਇਹਨਾਂ ਕੋਲੇ ਮਨਪ੍ਰੀਤ ਸਿੰਘ ਇਆਲੀ ਤੇ ਮਨਜਿੰਦਰ ਸਿੰਘ ਸਿਰਸੇ ਦੇ ਸਵਾਲ ਦਾ ਕੋਈ ਜਵਾਬ ਨਹੀਂ। ਇਹਨਾਂ ਦੇ ਆਗੂ ਨੇ ਇਲਜ਼ਾਮ ਲਾਤਾ ਕਿ ਮਨਪ੍ਰੀਤ ਸਿੰਘ ਇਆਲੀ ਦਾ ਬੈਠਾ ਹੈਗਾ ਮਨਜਿੰਦਰ ਸਿੰਘ ਸਿਰਸੇ ਦੇ ਕੋਲ। ਉਹਨਾਂ ਨੇ ਸਪਸ਼ਟ ਕੀਤਾ ਮਨਪ੍ਰੀਤ ਸਿੰਘ ਇਆਲੀ ਨੇ, ਉਹ ਕਹਿੰਦਾ ਭਾਈ ਮੈਂ ਤਾਂ ਆਪਣੀ ਘਰਵਾਲੀ ਨੂੰ ਲੈਣ ਗਿਆ ਸੀ ਜਿਹੜੀ ਕੈਨੇਡਾ ਤੋਂ ਵਾਪਸ ਆਈ ਸੀ। ਉਹ ਕਹਿੰਦਾ ਦੋਸ਼ ਤੁਸੀਂ ਮੇਰੇ ਤੇ ਲਾਉਂਦੇ ਹੋ। ਇਹ ਝੁੰਦਾ ਸਾਹਿਬ ਕਹਿੰਦੇ ਨੇ ਭਾਜਪਾ ਸਾਨੂੰ ਖਾ ਜਾਏਗੀ, ਪੈਕ ਕਰ ਦੇਗੀ, ਫਲਾਨਾ ਕਰ ਦੇਗੀ। ਇਹ ਡਬਲ ਸਟੈਂਡਰਡ ਹੁਣ ਕਿਉਂ ਦੱਸੀ ਜਾਂਦੇ ਹੋ ਲੋਕਾਂ ਨੂੰ। ਉਹ ਕਹਿੰਦੇ ਵੀ ਨੱਡੇ ਦਾ ਆ ਗਿਆ ਫੋਨ ਇਹਨਾਂ ਨੂੰ, ਜੇਪੀ ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ, ਕੌਮੀ ਪ੍ਰਧਾਨ, ਕਹਿੰਦੇ ਜਿਵੇਂ ਕਹਿੰਦੇ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਇਹ ਤਾਂ ਜੋੜੇ ਲਾ ਕੇ ਭੱਜ ਗਏ ਦਿੱਲੀ ਨੂੰ ਸਵਾਗਤ ਕਰਨ ਵਾਸਤੇ। ਇਹ ਗੱਲ ਮਨਪ੍ਰੀਤ ਸਿੰਘ ਇਆਲੀ ਕਹਿੰਦਾ ਤੇ ਮਨਜਿੰਦਰ ਸਿੰਘ ਸਿਰਸਾ ਵੀ ਕਹਿੰਦਾ। ਉੱਥੇ ਜਾ ਕੇ ਰਾਸ਼ਟਰਪਤੀ ਦੀ ਚੋਣ ਵੇਲੇ ਅਸੀਂ ਤਾਂ ਜੀ ਤੁਹਾਨੂੰ ਮਦਦ ਕਰਾਂਗੇ, ਕਹਿੰਦਾ ਮੈਂ ਤਾਂ ਉਹਦੇ 'ਚ ਗਿਆ ਨਹੀਂ। ਮਨਪ੍ਰੀਤ ਸਿੰਘ ਇਆਲੀ ਵਾਲੀ ਗੱਲ ਜਿਹੜੀ ਆ ਉਹਦਾ ਜਵਾਬ ਨਹੀਂ ਦਿੰਦੇ। ਉਹ ਕਹਿੰਦਾ ਵੀ ਮੈਂ ਤਾਂ ਵੋਟ ਨਹੀਂ ਪਾਈ ਦ੍ਰੋਪਦੀ ਮੁਰਮੂ ਨੂੰ, ਦੋਸ਼ ਮੇਰੇ ਤੇ ਲਾਉਂਦੇ ਵੀ ਬੀਜੇਪੀ ਨਾਲ, ਤੁਸੀਂ ਵੋਟ ਕਿਉਂ ਪਾਈ। ਤੇ ਉਪ ਰਾਸ਼ਟਰਪਤੀ ਵੇਲੇ ਤੁਹਾਡੇ ਤੋਂ ਕਿਹਨੇ ਕਿਹਾ ਸੀਗਾ ਤੁਸੀਂ ਸਾਨੂੰ ਵੋਟ ਪਾਓ ਇਹਨਾਂ ਨੂੰ, ਤੇ ਫਿਰ ਤੁਸੀਂ ਭੱਜੇ ਗਏ ਹੋ। ਤੇ ਹੁਣ ਕਹਿੰਦੇ ਹੋ ਭਾਜਪਾ ਖੇਤਰੀ ਪਾਰਟੀਆਂ ਨੂੰ ਖਾ ਜੂਗੀ, ਆਪ ਵੋਟ ਪਾਉਣ ਜਾਓ। ਇਹੀ ਗੱਲ ਤਾਂ 1978 ਤੋਂ ਜਦੋਂ ਇਹਨਾਂ ਨੇ ਇੱਕ ਹੁਕਮਨਾਮਾ ਕਰਾਇਆ, ਇਹ ਧਾਰਮਿਕਤਾ ਨੂੰ ਵੀ ਨਹੀਂ ਛੱਡਦੇ। ਇਹਨਾਂ ਨੇ ਹੁਕਮਨਾਮਾ ਕਰਾਇਆ ਜਦੋਂ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਨੇ ਵੱਡੀ ਪੱਧਰ ਦੇ ਉੱਤੇ ਗੋਲੀਆਂ ਚਲਾਤੀਆਂ, 13 ਸਿੰਘ ਸ਼ਹੀਦ ਕਰਤੇ ਅਖੰਡ ਕੀਰਤਨੀ ਜਥੇ ਦੇ। ਇਹਨਾਂ ਨੇ ਕਹਿਤਾ ਕਿ ਨਿਰੰਕਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਤੇ 1998 ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪਟਿਆਲਾ ਲੋਕ ਸਭਾ ਲੜਦੇ ਸੀ, ਉਦੋਂ ਨਿਰੰਕਾਰੀਆਂ ਦੇ ਵੋਟਾਂ ਮੰਗਣ ਵਾਸਤੇ ਤੁਰ ਪਏ। 2007 'ਚ ਇਹਨਾਂ ਨੇ ਹੁਕਮਨਾਮਾ ਜਾਰੀ ਕਰਾਇਆ ਇਹ ਡੇਰੇ ਵਾਲਿਆਂ ਦੇ ਵਿਰੁੱਧ ਕਿ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਤੇ ਫਿਰ 2012 ਦੀਆਂ ਤੇ 7 ਵੇਲੇ 12 ਦੇ ਵਿੱਚ ਜਾ ਕੇ ਵੋਟਾਂ ਮੰਗਣ ਤੁਰ ਪਏ ਉਹਨਾਂ ਦੇ ਡੇਰੇ ਤੋਂ। ਇਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਦੀ ਉਲੰਘਣਾ ਹੋਈ ਹੈ। ਤੇ ਪੁੱਛਦੇ ਉਹ ਦੂਜੇ ਨੂੰ ਹੈ ਕਿ ਸਿੱਖ ਸੰਸਥਾਵਾਂ ਤੇ ਅਕਾਲ ਤਖਤ ਕਮਜ਼ੋਰ ਹੋ ਗਏ ਨੇ, ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਗਈ ਹੈ। ਜੱਦਰ ਸਾਹਿਬ ਕੀਤੀ ਕੀ ਨੇ ਇਹ ਤਾਂ ਕਿਤੇ ਪੁੱਛ ਲਓ। ਉਧਰੋਂ ਸਿਰਸਾ ਸਾਹਿਬ ਕਹਿੰਦੇ ਆ ਕਿ ਸਾਨੂੰ ਇਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵੇਲੇ ਸਾਡੀ ਪਿਓ ਪੁੱਤ ਦੀ ਫੋਟੋ ਲਾਓ। ਕਹਿੰਦੇ ਮੈਂ ਕਿਹਾ ਮੈਂ ਨਹੀਂ ਲਾਉਂਦਾ। ਕਹਿੰਦਾ ਮੇਰਾ ਮੂੰਹ ਨਾ ਖਲਾਓ, ਮੈਂ ਖੋਲ੍ਹਣਾ ਨਹੀਂ ਚਾਹੁੰਦਾ ਸੀ ਜਦੋਂ ਇਹ ਸਾਡੇ ਤੇ ਦੋਸ਼ ਲਾਉਣ ਲੱਗੇ। ਕਹਿੰਦੇ ਜੇ ਇਹਨਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਪਿਓ ਪੁੱਤਾਂ ਦੀਆਂ ਅਸੀਂ ਜਿੱਤਦੇ ਨਹੀਂ ਸੀ ਦਿੱਲੀ 'ਚ। ਉਹ ਕਹਿੰਦੇ ਬੀਜੇਪੀ ਬਾਰੇ ਸਾਨੂੰ ਕਹਿੰਦੇ ਆ, ਸਰਸਾ ਸਾਹਿਬ ਕਹਿੰਦੇ ਬੀਜੇਪੀ ਪਰਿਵਾਰਵਾਦ ਦਾ ਖਾਤਮਾ ਕਰਦੀ ਹੈ ਜਿਵੇਂ ਮਹਾਰਾਸ਼ਟਰ 'ਚ ਕੀਤਾ ਹੈ, ਉਸੇ ਤਰ੍ਹਾਂ ਪੰਜਾਬ 'ਚ ਵੀ ਜਿਹੜਾ ਪਰਿਵਾਰਵਾਦ ਕਾਬਜ਼ ਹੋਇਆ ਵਾ ਇਹਦੇ ਉਲਟ ਹੈ। ਸੋ ਜਿਹੜਾ ਇਹਨਾਂ ਦਾ ਆਪਸ ਵਿੱਚ ਚੱਲ ਰਿਹਾ, ਅੱਜ ਹੀ ਮੇਰੀ ਜਗਵੀਰ ਸਿੰਘ ਬਰਾੜ ਹੋਰਾਂ ਨਾਲ ਗੱਲ ਹੋਈ। ਉਹ ਕਹਿੰਦੇ ਮੈਂ ਕੋਈ ਪਾਰਟੀ ਵਿਰੋਧੀ ਗੱਲ ਨਹੀਂ ਕੀਤੀ, ਲੇਕਿਨ ਮੈਂ ਜਿਹੜੀ ਗੱਲ ਕੀਤੀ ਹੈ ਉਹ ਤੇ ਖੜਾ ਹੈ।
ਤੇ ਕਈ ਇੱਥੇ ਉਹ ਆਗੂ ਹੈ ਜਿਹੜਾ ਕਿ ਆਇਆ ਰਾਮ ਗਿਆ ਰਾਮ, ਕਦੇ ਉਧਰ ਕਦੇ ਉਧਰ ਕਦੇ ਉਧਰ। ਜਦੋਂ ਤੁਸੀਂ ਬੈਠ ਕੇ ਆਪਣੇ ਪ੍ਰਧਾਨ ਦੇ ਸਾਹਮਣੇ ਬੈਠ ਕੇ ਅੱਖ 'ਚ ਅੱਖ ਪਾ ਕੇ ਇਹ ਗੱਲ ਨਹੀਂ ਕਰੋਗੇ ਕਿ ਪਾਰਟੀ ਕਮਜ਼ੋਰ ਕਿਵੇਂ ਹੋਈ ਹੈ, ਜੇ ਤੁਹਾਨੂੰ ਨਹੀਂ ਪਤਾ, ਬਹੁਤ ਸਾਰੇ ਵਿਦਵਾਨ ਅੱਜ ਕੱਲ੍ਹ ਚੈਨਲਾਂ ਤੇ ਬੋਲ ਰਹੇ ਨੇ, ਉਹਨਾਂ ਵਿਦਵਾਨਾਂ ਨੂੰ ਸੁਣ ਲਓ। ਜੇ ਕਬੂਤਰ ਅੱਖਾਂ ਮੀਚਲੇ ਬਿੱਲੀ ਨੂੰ ਦੇਖ ਕੇ, ਇਹਦਾ ਮਤਲਬ ਇਹ ਨਹੀਂ ਬਿੱਲੀ ਨੂੰ ਦਿਸਣੋਂ ਹਟ ਗਿਆ। ਤੁਹਾਡੀ ਸਥਿਤੀ ਕਿਉਂ ਹੋਈ ਹੈ? ਜਦੋਂ ਤੱਕ ਤੁਸੀਂ ਉਸ ਗੱਲ ਤੇ ਪਹਿਰਾ ਨਹੀਂ ਦਿਓਗੇ, ਉਹ ਅਸਲੀਅਤ ਵਾਲੀ ਗੱਲ ਨਹੀਂ ਦਿਓਗੇ ਵੀ ਕਾਰਨ ਕੀ ਹੈ। ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਓ, ਲੋਕਾਂ ਨੇ ਤੁਹਾਡਾ ਨਹੀਂ। ਸਾਡੇ ਕੋਲੇ ਲੋਕਾਂ ਦੇ ਫੋਨ ਆਉਂਦੇ ਨੇ, ਅਜੇ ਤੱਕ ਲੋਕ ਤੁਹਾਨੂੰ ਮਾਫ ਕਰਨ ਨੂੰ ਤਿਆਰ ਨਹੀਂ। ਹਾਲੇ 16 ਤਰੀਕ ਨੂੰ ਦੇਖੋ ਬਾਈਬਲ ਕਲਾਂ ਦੇ ਵਿੱਚ ਕੀ ਵਾਪਰਦਾ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਗਾਇਕ ਸੋਫੀ ਜੋਤੀ ਨੂਰਾ ਦੀ, ਤਾਂ ਉਹਨਾਂ ਵੱਲੋਂ ਲਗਾਤਾਰ ਆਪਣੇ ਪਤੀ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਸਨ, ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਦੋਨੇ ਇਕੱਠੇ ਦਿਖਾਈ ਦਿੱਤੇ ਨੇ ਤੇ ਕਿਹਾ ਹੈ ਕਿ ਸਾਡੇ ਵਿੱਚ ਹੁਣ ਸਭ ਕੁਝ ਖਤਮ ਹੈ। ਜੀ, ਪਿਛਲੇ ਦਿਨਾਂ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਲੱਗੀ ਹਾਂ। ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ, ਕੋਈ ਪੈਸਿਆਂ ਦਾ ਇਲਜ਼ਾਮ ਵੀ ਸੀ, ਨਸ਼ੇ ਦਾ ਇਲਜ਼ਾਮ ਵੀ ਸੀ, ਵਗੈਰਾ ਵਗੈਰਾ। ਅੱਜ ਜੋਤੀ ਨੂਰਾ ਉਹਨਾਂ ਨਹੀਂ ਬੋਲੇ ਜਿੰਨਾ ਉਹਨਾਂ ਦੇ ਪਤੀ ਕੁਨਾਲ ਪਾਸੀ ਬੋਲੇ ਨੇ। ਜੀ, ਉਹ ਕਹਿੰਦੇ ਵੀ ਸਾਡੇ ਸਾਰੇ ਮਸਲੇ ਹੱਲ ਹੋ ਗਏ ਨੇ, ਪੈਸਿਆਂ ਵਾਲਾ ਮਸਲਾ ਵੀ ਹੱਲ ਹੋ ਗਿਆ, ਜਿਹੜਾ 20 ਕਰੋੜ 'ਚ ਕੋਈ ਰਾਸ਼ੀ ਦੀ ਗੱਲ ਚੱਲਦੀ ਸੀ, ਫਿਰ ਇਕੱਠੇ ਹੋ ਗਏ। ਜੋਤੀ ਨੂਰਾ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਵੀ ਗੁੱਸਾ ਆ ਗਿਆ ਸੀਗਾ, ਉਹ ਗੁੱਸੇ ਕਰਕੇ ਮੈਂ ਵੀ ਤਲਾਕ ਲੈਣ ਦੀ ਗੱਲ ਕੀਤੀ, ਲੇਕਿਨ ਹੁਣ ਸਾਡੇ ਵਿੱਚ ਸਾਰਾ ਕੁਝ ਸਭ ਅੱਛਾ ਹੈ, ਅਸੀਂ ਫੇਰ ਮੁੜ ਤੋਂ ਚੰਗੀ ਗੱਲ ਹੈ। ਘਰ ਟੁੱਟਣੇ ਨਹੀਂ ਚਾਹੀਦੇ, ਜੁੜਨੇ ਚਾਹੀਦੇ ਨੇ, ਤੇ ਘਰ ਬਸਦੇ, ਕਹਿੰਦੇ ਬਸਦਿਆਂ ਦੇ ਘਰ ਹੱਸਦੇ। ਸੋ ਜੇ ਇਹ ਦੁਨੀਆ ਆਪਣੀਆਂ ਗਲਤੀਆਂ ਮੰਨ ਕੇ ਸਵੇਰ ਦੇ ਭੁੱਲੇ ਸ਼ਾਮ ਨੂੰ ਘਰੇ ਮੁੜਨ ਲੱਗੇ ਨੇ, ਤਾਂ ਮੇਰਾ ਖਿਆਲ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਮੁਬਾਰਕਬਾਦੀ ਦੇਣੀ ਚਾਹੀਦੀ ਹੈ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਵੱਖੋ ਵੱਖਰੇ ਮੁੱਦੇ 'ਤੇ ਚਰਚਾ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਜੋ ਲਗਾਤਾਰ ਕਿਹਾ ਜਾ ਰਿਹਾ ਕਿ 52 ਲੱਖ ਲੋਕਾਂ ਨੂੰ ਜਿਹੜੀ ਬਿਜਲੀ ਸਹੂਲਤ ਦਾ ਫਾਇਦਾ ਹੋਵੇਗਾ, ਹੁਣ ਦੇਖਣਾ ਹੋਵੇਗਾ ਕਿ ਸਤੰਬਰ ਮਹੀਨੇ ਦੇ ਵਿੱਚ ਕਿਹੜੇ-ਕਿਹੜੇ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਫਾਇਦਾ ਹੋਵੇਗਾ ਇਸ ਦਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।